ਅੱਜ ਇੱਕ ਵਾਰੀ ਫੇਰ ਮੈਂ ਸੰਦੀਪ ਹੰਸ ਡਿਪਟੀ ਕਮਿਸ਼ਨਰ ਮੋਗਾ ਤੁਹਾਡੇ ਰੂਬਰੂ ਹੋ ਰਿਹਾ ਇਸ ਫੇਸਬੁੱਕ ਲਾਈਵ ਵਿੱਚ। ਜਿਵੇਂ ਕਿ ਅਮੂਮਨ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਸਿਸਟਮ ਦੇ ਵਿੱਚ ਪਰਫੈਕਸ਼ਨ ਜਿਹੜੀ ਹੈ ਉਹ ਕਦੇ ਨਹੀਂ ਆਉਂਦੀ। ਆਪਣੀ ਹਰ ਵਾਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਹਿਲਾਂ ਨਾਲੋਂ ਬਿਹਤਰ ਕਰੀਏ, ਲੇਕਿਨ ਜਿਹੜੀ ਪਰਫੈਕਸ਼ਨ ਦੀ ਲਿਮਿਟ ਹੈ ਉਹ ਕਦੇ ਨਹੀਂ ਆਉਂਦੀ, ਕਿਉਂਕਿ ਜਿੰਨੀ ਦੇਰ ਤੱਕ ਆਪਾਂ ਪਹਿਲਾਂ ਨਾਲੋਂ ਬਿਹਤਰ ਕਰਦੇ ਹਾਂ ਤਾਂ ਲੋਕਾਂ ਦੀਆਂ ਜਿਹੜੀਆਂ ਸਾਡੇ ਤੋਂ ਉਮੀਦਾਂ ਹਨ ਉਹ ਹੋਰ ਵੱਧ ਜਾਂਦੀਆਂ ਹਨ। ਸੋ ਜੇ ਮੈਂ ਸ਼ਿਕਾਇਤਾਂ ਦੀ ਗੱਲ ਕਰਾਂ ਗਵਰਨਮੈਂਟ ਫੰਕਸ਼ਨਿੰਗ ਵਿੱਚ ਔਰ ਗਵਰਨਮੈਂਟ ਐਡਮਿਨਿਸਟ੍ਰੇਟਿਵ ਸਿਸਟਮ ਵਿੱਚ, ਤੇ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੇ ਮਹਿਕਮਿਆਂ ਨੂੰ ਲੈ ਕੇ ਪ੍ਰਾਪਤ ਹੁੰਦੀਆਂ ਹਨ, ਅਤੇ ਜੇਕਰ ਉਹ ਮਹਿਕਮੇ ਦੇ ਪੱਧਰ 'ਤੇ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਉਹ ਜ਼ਿਲ੍ਹਾ ਪ੍ਰਸ਼ਾਸਨ ਕੋਲ ਡਿਪਟੀ ਕਮਿਸ਼ਨਰ ਦਫ਼ਤਰ 'ਚ ਆ ਜਾਂਦੀਆਂ ਹਨ। ਲੇਕਿਨ ਗਿਣਤੀ ਇਹਨਾਂ ਸ਼ਿਕਾਇਤਾਂ ਦੀ ਇੰਨੀ ਵੱਧ ਜਾਂਦੀ ਹੈ ਕਿ ਕਈ ਵਾਰੀ ਇਹਨਾਂ ਦਾ ਫੋਲੋਅਪ ਕਰਨਾ, ਇਹਨਾਂ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਸਿਰੇ ਲਾਣਾ ਜਾਂ ਇਹਦੇ ਵਿੱਚ ਪ੍ਰੋਪਰ ਜਸਟਿਸ ਦੇਣਾ, ਸੋਲਿਊਸ਼ਨ ਇਹਨੂੰ ਸੋਲਵ ਕਰਨਾ, ਉਹ ਕਈ ਵਾਰੀ ਬੜਾ ਮੁਸ਼ਕਲ ਹੋ ਜਾਂਦਾ ਹੈ। ਲੇਕਿਨ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੰਨਾ ਛੇਤੀ ਤੋਂ ਛੇਤੀ ਕਿਸੇ ਦੀ ਪ੍ਰੋਬਲਮ ਦਾ, ਕਿਸੇ ਦੀ ਸ਼ਿਕਾਇਤ ਦਾ ਛੇਤੀ ਤੋਂ ਛੇਤੀ ਸਮਾਧਾਨ ਕੀਤਾ ਜਾਵੇ, ਉਨਾ ਬਿਹਤਰ ਹੋਏਗਾ। ਸੋ ਪੰਜਾਬ ਸਰਕਾਰ ਨੇ ਇਸ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਇੱਕ ਨਵਾਂ ਪੋਰਟਲ ਉਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ, ਜਿਹਦਾ ਨਾਮ ਪੰਜਾਬ ਗ੍ਰੀਵੈਂਸਿਸ ਰਿਡਰੈਸਲ ਸਿਸਟਮ PGRS ਹੈ। ਜੇ ਪੰਜਾਬੀ 'ਚ ਕਹਾਂ ਤੇ ਪੰਜਾਬ ਸ਼ਿਕਾਇਤ ਨਿਵਾਰਨ ਪ੍ਰਣਾਲੀ। ਇਹਦੇ ਵਿੱਚ ਇਹ ਇੱਕ ਸਿਸਟਮ ਇੱਦਾਂ ਦਾ ਹੈ ਕਿ ਜਿਹਦੇ ਵਿੱਚ ਇੱਕ ਤਾਂ ਸ਼ਿਕਾਇਤਕਰਤਾ ਜਿਹੜਾ ਹੈਗਾ ਉਹ ਫੋਲੋਅਪ ਕਰ ਸਕਦਾ ਹੈ, ਔਰ ਇਹਦੇ ਵਿੱਚ ਸਿਸਟਮ ਨੂੰ ਇਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈਗਾ ਕਿ ਜੇ ਇੱਕ ਲੈਵਲ 'ਤੇ ਇਹਦਾ ਹੱਲ ਨਹੀਂ ਹੁੰਦਾ ਤੇ ਗਾਂ ਇਹਦੀ ਜਿਹੜੀ ਹਾਇਰ ਅਥਾਰਟੀ ਕੋਲ ਇਹ ਜਿਹੜੀ ਸ਼ਿਕਾਇਤ ਚਲੇ ਜਾਂਦੀ ਹੈ। ਸੋ ਜੇ ਮੈਂ ਸ਼ੁਰੂਆਤ 'ਚ ਤੁਹਾਨੂੰ ਮੈਂ ਦੱਸਾਂ ਕਿ ਇਹ ਕਿਵੇਂ ਹੈ, ਆਪਣੇ ਕੋਲ ਕੀ ਤਰੀਕੇ ਹਨ ਜਿਹਦੇ ਤਹਿਤ ਇਹ ਜਿਹੜੀ ਸ਼ਿਕਾਇਤ ਜਿਹੜੀ ਹੈ ਦਾਇਰ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਤੇ ਇਹਦੇ ਵਿੱਚ ਇਹ ਹੈ ਕਿ ਅਗਰ ਤੁਸੀਂ ਇਸ ਲਿੰਕ 'ਚ ਜਾ ਕੇ ਇਹਨੂੰ ਸਾਈਨ ਅਪ ਕਰਨਾ ਚਾਹੋ www.connect.punjab.gov.in, ਤੇ ਇੱਥੇ ਜਾ ਕੇ ਤੁਸੀਂ ਆਪਣੀ ਜਿਹੜੀ ਸ਼ਿਕਾਇਤ ਜਿਹੜੀ ਹੈਗੀ ਉਹ ਦਾਇਰ ਕਰ ਸਕਦੇ ਹੋ, ਔਰ ਇਸੇ ਲਿੰਕ ਤੇ ਜਾ ਕੇ ਤੁਸੀਂ ਉਹਨੂੰ ਟਰੈਕ ਕਰ ਸਕਦੇ ਹੋ ਵੀ ਤੁਹਾਡੀ ਸ਼ਿਕਾਇਤ ਦਾ ਸਟੇਟਸ ਕੀ ਹੈਗਾ। ਜੇ ਮੈਂ ਦੂਸਰਾ ਸਿਸਟਮ ਇੱਕ ਦੱਸਾਂ ਤਾਂ ਇਹਦੀ M-ਸੇਵਾ ਨਾਮ ਦੀ ਇੱਕ ਐਪ ਬਣ ਗਈ ਹੈ। ਤੁਸੀਂ ਐਪ ਡਾਊਨਲੋਡ ਕਰੋ, ਉਹਦੇ 'ਚ ਲੌਗਇਨ ਕਰਕੇ ਤੇ ਤੁਸੀਂ ਆਪਣੀ ਸ਼ਿਕਾਇਤ ਜਿਹੜੀ ਫਾਈਲ ਕਰ ਸਕਦੇ ਹੋ। ਤੀਸਰਾ ਜਿਹੜਾ ਇਹਦਾ ਤਰੀਕਾ ਹੈਗਾ ਉਹ ਇਹ ਹੈ ਕਿ ਇੱਕ ਐਪਲੀਕੇਸ਼ਨ ਬਣਾ ਕੇ ਆਪਾਂ, ਤੇ ਉਹਦੇ ਵਿੱਚ ਤੁਹਾਡਾ ਨਾਮ, ਤੁਹਾਡਾ ਮੋਬਾਈਲ ਨੰਬਰ ਔਰ ਤੁਹਾਡਾ ਜਿਹੜਾ ਆਧਾਰ ਕਾਰਡ ਜਿਹੜਾ ਹੈ ਉਹਦਾ ਨੰਬਰ ਜ਼ਰੂਰ ਹੋਣਾ ਚਾਹੀਦਾ ਹੈਗਾ। ਸੋ ਉਹ ਤੁਸੀਂ ਜਾ ਕੇ ਜਿਹੜੀ ਸਾਡੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਜਿਹੜੀ ਸ਼ਿਕਾਇਤ ਸ਼ਾਖਾ ਹੈਗੀ ਆ ਉੱਥੇ ਜਿਹੜੀ ਹੈ ਇਹ ਐਪਲੀਕੇਸ਼ਨ ਤੁਸੀਂ ਦੇ ਸਕਦੇ ਹੋ। ਤੇ ਇਹਦਾ ਚੌਥਾ ਜਿਹੜਾ ਇੱਕ ਸਿਸਟਮ ਹੈਗਾ ਕਿ ਇਹਦਾ ਇੱਕ ਟੋਲ ਫ੍ਰੀ ਨੰਬਰ ਵੀ ਛੇਤੀ ਹੀ ਆ ਰਿਹਾ ਹੈ। ਸੋ ਉਹ ਟੋਲ ਫ੍ਰੀ ਨੰਬਰ ਤੇ ਵੀ ਤੁਸੀਂ ਆਪਣੀ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਾ ਸਕਦੇ ਹੋ। ਤੇ ਇਹਦੇ ਵਿੱਚ ਇਹ ਜਿਹੜਾ ਸਿਸਟਮ ਹੈ PGRS, ਇਹਦਾ ਫਾਇਦਾ ਇਹ ਹੈ, ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ, ਕਿ ਇਹਦੇ ਵਿੱਚ ਟਾਈਮ ਬਾਉਂਡ ਹੈ ਇਹ ਸਾਰਾ ਇਹਦਾ ਡਿਸਪੋਜ਼ਲ ਜਿਹੜਾ ਹੈਗਾ। ਜੇਕਰ ਇਹ ਸ਼ਿਕਾਇਤ ਡਿਪਟੀ ਕਮਿਸ਼ਨਰ ਦੇ ਲੈਵਲ ਤੇ ਇਹਦਾ ਨਿਪਟਾਰਾ ਹੋਣਾ ਹੈ, ਔਰ ਜੇਕਰ ਮੈਂ ਉਹ ਨਿਰਧਾਰਿਤ ਸਮੇਂ ਵਿੱਚ ਇਹਦਾ ਨਿਪਟਾਰਾ ਨਹੀਂ ਕਰਦਾ ਤੇ ਇਹ ਜਿਹੜੀ ਸ਼ਿਕਾਇਤ ਹੈਗੀ ਹੈ, ਇਹ ਸ਼ਿਕਾਇਤ ਮੇਰੇ ਅਕਾਊਂਟ 'ਚੋਂ ਨਿਕਲ ਕੇ ਤੇ ਇਹ ਉੱਤੇ ਹਾਇਰ ਅਥਾਰਟੀ ਜਾਣੀ ਕਿ ਕਮਿਸ਼ਨਰ ਫਿਰੋਜ਼ਪੁਰ ਡਿਵੀਜ਼ਨ ਦੇ ਅਕਾਊਂਟ 'ਚ ਚਲੀ ਜਾਂਦੀ ਹੈਗੀ। ਫਿਰ ਉਹ ਇਸ ਸ਼ਿਕਾਇਤ ਨੂੰ ਆਪਣੇ ਪੱਧਰ ਤੇ ਇਹਨੂੰ ਰਿਜ਼ੋਲਵ ਕਰਵਾਉਂਦੇ ਹਨ ਜਾਂ ਇਹਦਾ ਫੋਲੋਅਪ ਕਰਦੇ ਹਨ। ਸੋ ਜੇ ਉਹਨਾਂ ਦੇ ਲੈਵਲ ਤੇ ਵੀ ਨਹੀਂ ਹੁੰਦਾ ਹੈਗਾ ਤਾਂ ਫਿਰ ਉੱਤੇ ਇਹ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਕੋਲ ਚਲੀ ਜਾਂਦੀ ਹੈ। ਸੋ ਇਹਦਾ ਇੱਕ ਸਿਸਟਮ ਬਣਿਆ ਹੋਇਆ ਜਿਹਦੇ ਵਿੱਚ ਕਿਤੇ ਇਹ ਇੱਕ ਜਗ੍ਹਾ ਪੈਂਡਿੰਗ ਨਹੀਂ ਪਈ ਰਹਿੰਦੀ, ਇਹ ਜਿਹੜੀ ਹੈ ਪੁਸ਼ ਹੋ ਜਾਂਦੀ ਹੈਗੀ ਟੂ ਦ ਨੈਕਸਟ ਹਾਇਰ ਲੈਵਲ, ਅਗਲੀ ਹਾਇਰ ਅਥਾਰਟੀ ਨੂੰ ਪੁਸ਼ ਹੋ ਜਾਂਦੀ ਹੈਗੀ। ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਨੈਕਸਟ ਹਾਇਰ ਅਥਾਰਟੀ ਹੁੰਦੀ ਹੈ ਉਹ ਤੁਹਾਡੇ ਡਿਸਪੋਜ਼ਲ ਤੇ ਔਰ ਤੁਹਾਡੀ ਜਿਹੜੀ ਪੈਂਡੈਂਸੀ ਤੇ ਉਹਨਾਂ ਦਾ ਇੱਕ ਚੈੱਕ ਹੋ ਜਾਂਦਾ ਹੈ। ਉਥੋਂ ਤੁਸੀਂ ਜਿਹੜੀ ਤੁਹਾਡੇ ਵੱਲੋਂ ਜਿਹੜੀ ਦੇਰੀ ਕੀਤੀ ਜਾਂਦੀ ਹੈ ਉਹ ਉੱਤੇ ਜਾ ਕੇ ਐਕਸਪੋਜ਼ ਹੋ ਜਾਂਦੀ ਹੈਗੀ ਵੀ ਜੇ ਦੇਰੀ ਹੋਈ ਤਾਂ ਕਿਉਂ ਹੋਈ।
ਸੋ ਇੱਕ ਬਿਹਤਰ ਸਿਸਟਮ ਹੈ ਹੁਣ ਤਾਂ ਹੀ। ਇਹ ਸਿਸਟਮ ਜਿਹੜਾ ਹੈ ਸਾਡੇ ਕੋਲ ਇਹਦੇ ਵਿੱਚ ਜੇ ਮੈਂ 11 ਨਵੰਬਰ ਅੱਜ ਦੀ ਮੈਂ ਗੱਲ ਕਰਾਂ ਤੇ ਸਾਡੇ ਕੋਲ ਹੁਣ ਤਾਈਂ ਇਸ ਪੋਰਟਲ ਤੇ 39 ਸ਼ਿਕਾਇਤਾਂ ਆਈਆਂ ਸੀਗੀਆਂ। ਉਹਨਾਂ ਵਿੱਚੋਂ 54 ਜਿਹੜੀਆਂ ਹੈਗੀਆਂ ਉਹਨਾਂ ਦਾ ਅਸੀਂ ਨਿਪਟਾਰਾ ਕਰ ਚੁੱਕੇ ਹਾਂ। ਇਸ ਵੇਲੇ ਸਾਡੇ ਕੋਲ ਸਿਰਫ 5 ਜਿਹੜੀਆਂ ਦਰਖਾਸਤਾਂ ਸ਼ਿਕਾਇਤਾਂ ਜਿਹੜੀਆਂ ਪੈਂਡਿੰਗ ਪਈਆਂ। ਸੋ ਇੱਕ ਬਹੁਤ ਅੱਛਾ ਇੱਕ ਪੋਰਟਲ, ਬਹੁਤ ਅੱਛਾ ਇੱਕ ਸਿਸਟਮ ਹੈ ਰਿਡਰੈਸਲ ਸਿਸਟਮ। ਸੋ ਅੱਜ ਇਸ ਫੇਸਬੁੱਕ ਤੇ ਜਿੱਥੇ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਸਿਰਫ ਕੋਵਿਡ ਦੀ ਹੀ ਗੱਲ ਕਰਦੇ ਰਹੇ ਸੀ, ਸੋ ਕਿਉਂਕਿ ਹੁਣ ਸਰਕਾਰ ਵੀ ਮਹਿਸੂਸ ਕਰਦੀ ਹੈ ਕਿ ਕੋਵਿਡ ਦੇ ਚਲਦਿਆਂ ਹੋਇਆਂ ਆਪਾਂ ਆਪਣੇ ਨਾਲ ਜਿਹੜੇ ਆਪਣੇ ਸਿਸਟਮਸ ਨੇ, ਜਿਹੜੀ ਗਵਰਨਮੈਂਟ ਦਾ ਡਿਲੀਵਰੀ ਸਿਸਟਮ ਹੈਗਾ ਉਹ ਨਾਲ ਚੱਲਣਾ ਹੈਗਾ। ਆਪਾਂ ਬਿਲਕੁਲ ਉਹਨੂੰ ਰੋਕ ਨਹੀਂ ਸਕਦੇ। ਸੋ ਇੱਕ ਨਵੀਂ ਸ਼ੁਰੂਆਤ ਜਿਹੜੀ ਕਿ ਤੁਹਾਡੇ ਨਾਲ ਮੈਂ ਇਹ ਸਾਂਝੀ ਕੀਤੀ ਹੈ ਅੱਜ, ਸੋ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈਗਾ। ਇਹਦੇ ਵਿੱਚ ਇੱਕ ਹੋਰ ਐਡੀਸ਼ਨ ਜਿਹੜੀ ਹੈ ਉਹ PGRS ਵਿੱਚ ਹੋਣ ਜਾ ਰਹੀ ਹੈ ਕਿ ਜਿੱਥੇ ਸ਼ਿਕਾਇਤ ਦਾ ਨਿਪਟਾਰਾ ਹੋ ਚੁੱਕਿਆ ਹੈ ਔਰ ਜਿੱਥੇ ਸ਼ਿਕਾਇਤਕਰਤਾ ਬਾਰ-ਬਾਰ ਉਹੀ ਸ਼ਿਕਾਇਤ ਜਿਹੜੀ ਹੈ ਉਹ ਦਾਇਰ ਕਰੀ ਜਾ ਰਿਹਾ ਹੈਗਾ ਔਰ ਇਸ ਗੱਲ ਨੂੰ ਸਮਝੇ ਬਗੈਰ ਕਿ ਇਹ ਸ਼ਿਕਾਇਤ ਦਾ ਸੋਲਵ ਨਹੀਂ ਹੋ ਸਕਦੀ, ਕਿਉਂਕਿ ਹੋ ਸਕਦਾ ਹੈ ਉਹਦੇ ਵਿੱਚ ਕੋਈ ਕੋਰਟ ਕੇਸਿਸ ਇਨਵੋਲਵਡ ਹੋਣ, ਹੋ ਸਕਦਾ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਤੋਂ ਬਾਹਰ ਹੋਵੇ ਉਹ ਗੱਲ। ਸੋ ਜਿਹੜੇ ਮਸਲੇ ਕੋਰਟ ਵਿੱਚ ਜਾ ਕੇ ਸੁਲਝਣੇ ਹੈਗੇ, ਉਹ ਜਦੋਂ ਇੱਕ ਵਾਰੀ ਇਹ ਗੱਲ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਇਹ ਗੱਲ ਐਸਟੈਬਲਿਸ਼ ਹੋ ਜਾਂਦੀ ਹੈ ਕਿ ਇਹ ਜਿਹੜਾ ਕੇਸ ਹੈਗਾ ਜਾਂ ਜਿਹੜੀ ਸ਼ਿਕਾਇਤ ਹੈਗੀ ਹੈ ਇਹਦੀ ਜਿਹੜੀ ਨੌਈਅਤ ਹੈਗੀ ਹੈ ਉਹ ਸਿਵਲ ਨੇਚਰ ਦੀ ਹੈ, ਸਿਵਲ ਕੋਰਟ ਵਿੱਚ ਜਾ ਕੇ ਜਾਂ ਕ੍ਰਿਮੀਨਲ ਕੋਰਟ 'ਚ ਜਾ ਕੇ ਹੀ ਹੋਣਾ ਮਸਲਾ ਹੱਲ, ਤੇ ਉਹ ਫਿਰ ਜਿਹੜੀ ਹੈ ਸ਼ਿਕਾਇਤ ਉਹ ਦੁਬਾਰਾ ਆਉਣ ਤੋਂ ਵੀ ਉਹਨੂੰ ਰੋਕਿਆ ਜਾ ਸਕਦਾ ਹੈਗਾ। ਉਹ ਸੈਕਿੰਡ ਟਾਈਮ ਜਾਂ ਥਰਡ ਟਾਈਮ ਜਿਹੜੀ ਹੈ ਉਹ ਸ਼ਿਕਾਇਤ ਐਂਟਰਟੇਨ ਨਹੀਂ ਕੀਤੀ ਜਾਏਗੀ, ਕਿਉਂਕਿ ਕੁਝ ਲੋਕ ਹੁੰਦੇ ਜਿਹੜੇ ਹੈਬਿਚੁਅਲ ਹੁੰਦੇ ਹੈ, ਉਹ ਸਭ ਕੁਝ ਸਮਝਦਿਆਂ ਹੋਇਆ ਵੀ ਬਾਰ-ਬਾਰ ਉਹੀ ਸ਼ਿਕਾਇਤ ਜਿਹੜੀ ਹੈ ਦਾਇਰ ਕਰਦੇ ਹਨ। ਸੋ ਇਹ PGRS ਸੀ, ਇਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ। ਜੇ ਆਪਾਂ ਗੱਲ ਕਰੀਏ ਤੇ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ, ਦੀਵਾਲੀ ਜਿਵੇਂ ਕਿ 14 ਨਵੰਬਰ ਨੂੰ ਹੈ ਤੇ ਦੀਵਾਲੀ ਤੇ ਕਿਉਂਕਿ ਉਹ ਬੜਾ ਉਤਸ਼ਾਹ ਬੱਚਿਆਂ ਨੂੰ ਹੁੰਦਾ ਹੈ ਔਰ ਜਿਹੜੇ ਜਵਾਨ ਹੁੰਦੇ, ਨੌਜਵਾਨ ਹੁੰਦੇ, ਤੇ ਪਟਾਕਿਆਂ ਦਾ ਬਹੁਤ ਇੱਕ ਰੁਝਾਨ ਹੁੰਦਾ ਹੈ। ਹਾਲਾਂਕਿ ਹੁਣ ਪਿੱਛੇ ਜੇ ਆਪਾਂ ਦੇਖੀਏ ਤੇ ਇਹ ਰੁਝਾਨ ਥੋੜ੍ਹਾ ਜਿਹਾ ਘਟਿਆ ਹੈਗਾ ਪੋਲਿਊਸ਼ਨ ਦੀ ਵਜ੍ਹਾ ਨਾਲ, ਔਰ ਸਰਕਾਰ ਔਰ ਵੱਖ-ਵੱਖ ਜਿਹੜੀਆਂ ਕੋਰਟਸ ਨੇ ਉਹਨਾਂ ਵੱਲੋਂ ਜਿਹੜੀ ਸਖਤੀ ਕੀਤੀ ਗਈ ਹੈ, ਕਿਉਂਕਿ ਇਹਨਾਂ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਹੋ ਜਾਂਦਾ ਹੈ। ਸੋ ਪਟਾਕਿਆਂ ਦੇ ਚਲਾਉਣ ਦਾ ਜਿਹੜਾ ਸਮਾਂ ਹੈ ਉਹ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈਗਾ ਔਰ ਇਸ ਤੋਂ ਬਾਅਦ ਕਿਉਂਕਿ 30 ਨਵੰਬਰ ਨੂੰ ਗੁਰਪੁਰਬ ਹੈ, ਸੋ ਉਹਦੇ ਵਿੱਚ ਵੀ ਜਿਹੜਾ ਸਮਾਂ ਜਿਹੜਾ ਹੈ ਉਸੇ ਨਿਰਧਾਰਿਤ ਕੀਤਾ ਜਾ ਚੁੱਕਿਆ ਹੈਗਾ, ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਔਰ ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ। ਅਤੇ ਗਾਂਹ ਜਾ ਕੇ 25 ਦਸੰਬਰ ਨੂੰ ਕ੍ਰਿਸਮਸ ਆ ਜਾਂਦੀ ਹੈ, ਉਹ ਰਾਤ 11:55 ਤੋਂ ਲੈ ਕੇ 12:30 ਵਜੇ ਤੱਕ ਇਹ ਸਮਾਂ ਹੈ ਜਦੋਂ ਕਿ ਪਟਾਕੇ ਜਿਹੜੇ ਹੈ ਅਲਾਉਡ ਹਨ। ਇਸ ਤੋਂ ਇਲਾਵਾ ਤੁਹਾਡੇ ਨਾਲ ਇੱਕ ਚੀਜ਼ ਹੋਰ ਮੈਂ ਜਿਹੜੀ ਹੈ ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪੇਪਰਸ ਅਖਬਾਰਾਂ 'ਚ ਵੀ ਪੜ੍ਹ ਰਹੇ ਹੋਵੋਗੇ ਕਿ ਇਹ ਜਿਹੜਾ ਹੈ ਕੋਵਿਡ ਪਿੱਛੇ ਜੇ ਇਹਦੀ ਜਿਹੜੀ ਸਰਜ ਸੀ, ਜਿਹੜਾ ਇਹ ਵਾਧਾ ਸੀਗਾ, ਇਹ ਇੱਕਦਮ ਹੁਣ ਜ਼ੀਰੋ ਤੇ ਆ ਗਿਆ ਸੀਗਾ, ਲੇਕਿਨ ਇਹਦੇ ਵਿੱਚ ਹੁਣ ਇੱਕ ਸੈਕਿੰਡ ਸਪਾਈਕ, ਇੱਕ ਦੂਸਰਾ ਵਾਧਾ ਸ਼ੁਰੂ ਹੋਣਾ ਹੈ, ਜਿਵੇਂ ਕਿ ਡਾਕਟਰ ਔਰ ਮਾਹਰ ਇਹ ਦੱਸ ਰਹੇ ਹਨ। ਸੋ ਇਹਦੇ ਵਿੱਚ ਇਹ ਜਿਹੜਾ ਹੁਣ ਫੈਸਟੀਵਲ ਸੀਜ਼ਨ ਹੈ, ਸੋ ਪਟਾਕੇ ਜਿਹੜੇ ਹੈਗੇ ਉਹ ਬਹੁਤ ਸੋਚ ਸਮਝ ਕੇ ਚਲਾਏ ਜਾਣ। ਜਿਹੜੇ ਪਟਾਕਿਆਂ ਨਾਲ ਬਹੁਤ ਪ੍ਰਦੂਸ਼ਣ ਹੁੰਦਾ ਹੈਗਾ ਉਹ ਬਿਲਕੁਲ ਨਾ ਚਲਾਏ ਜਾਣ ਔਰ ਆਪਣੇ ਜਿਹੜਾ ਸਮਾਂ ਨਿਰਧਾਰਿਤ ਹੈ ਉਹਦੇ ਵਿੱਚ ਹੀ ਚਲਾਏ ਜਾਣ। ਇਹਨੂੰ ਬਹੁਤ ਜ਼ਿਆਦਾ ਆਪਾਂ ਚਲਾਵਾਂਗੇ ਤੇ ਆਪਣੇ ਆਲਾ ਦੁਆਲਾ ਜਿਹੜਾ ਬਹੁਤ ਪ੍ਰਦੂਸ਼ਿਤ ਹੋਏਗਾ, ਉਹਦੇ ਨਾਲ ਬੱਚੇ ਔਰ ਬਜ਼ੁਰਗਾਂ ਨੂੰ ਔਰ ਸਾਹ ਦੀਆਂ ਔਰ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਇਸ ਪੋਲਿਊਸ਼ਨ ਦੀ ਵਜ੍ਹਾ ਨਾਲ ਹੋ ਜਾਂਦੀਆਂ ਹਨ। ਸੋ ਆਪਾਂ ਆਪਣੇ ਆਲੇ ਦੁਆਲੇ ਦਾ, ਆਪਾਂ ਆਪਣੇ ਫੈਮਿਲੀ ਦਾ, ਦੋਸਤਾਂ ਰਿਸ਼ਤੇਦਾਰਾਂ ਦਾ, ਗੁਆਂਢੀਆਂ ਦਾ ਖਿਆਲ ਰੱਖੀਏ ਔਰ ਪਟਾਕੇ ਜਿਹੜੇ ਹੈ ਬਹੁਤ ਘੱਟ ਚਲਾਈਏ। ਦੀਵਾਲੀ ਜਿਹੜਾ ਹੈਗਾ ਇਹ ਫੈਸਟੀਵਲ ਆਫ ਲਾਈਟਸ ਹੈਗਾ, ਇਹਦੇ ਵਿੱਚ ਆਪਾਂ ਰੋਸ਼ਨੀ ਕਰੀਏ, ਦੀਵੇ ਬਾਲੀਏ, ਲਾਈਟਾਂ ਲਗਾਈਏ, ਫੁੱਲਾਂ ਨਾਲ ਆਪਣੇ ਘਰ ਨੂੰ ਸਜਾਈਏ। ਦੀਵਾਲੀ ਦਾ ਸਹੀ ਮਤਲਬ ਜਿਹੜਾ ਉਹ ਇਹ ਹੈ
ਨਾ ਕਿ ਆਪਾਂ ਪਟਾਕਿਆਂ ਦੇ ਨਾਲ ਪ੍ਰਦੂਸ਼ਣ ਕਰੀਏ। ਸੋ ਸਾਡੇ ਨਾਲ ਕੋਈ ਅੱਜ ਵਿਊਅਰਸ ਜੁੜੇ ਹੋਏ ਆ, ਲੇਕਿਨ ਕੋਈ ਸਵਾਲ ਬਹੁਤੇ ਨਹੀਂ ਹੈ, ਨਵੀਆਂ ਗੱਲਾਂ ਹਨ। ਸੋ ਅਸੀਂ ਇਹ ਨਵੀਆਂ ਗੱਲਾਂ ਦਾ ਸਿਲਸਿਲਾ ਹੁਣ ਅਸੀਂ ਆਏ ਬੁੱਧਵਾਰ ਅਸੀਂ ਕਰਿਆ ਕਰਾਂਗੇ। ਅੱਗੇ ਅਸੀਂ ਸਮਾਂ 7 ਵਜੇ ਦਾ ਰੱਖਿਆ ਹੋਇਆ ਸੀਗਾ, ਹੁਣ ਸਮਾਂ ਥੋੜ੍ਹਾ ਜਿਹਾ ਪਹਿਲਾਂ 4 ਵਜੇ ਦਾ ਰੱਖਿਆ ਕਰਾਂਗੇ, ਤਾਂ ਕਿ ਅੱਛੇ ਤਰੀਕੇ ਨਾਲ ਟਾਈਮਲੀ ਸਾਰੀ ਗੱਲ ਹੋ ਜਾਵੇ। ਔਰ ਜਿਹੜੇ ਵੀ ਪ੍ਰਸ਼ਾਸਨ ਦੇ ਸਰਕਾਰ ਦੀਆਂ ਨਵੀਆਂ ਸਕੀਮਾਂ ਹਨ, ਪਹਿਲ ਕਦਮੀਆਂ ਹਨ, ਨਵੇਂ ਇਨੀਸ਼ੀਏਟਿਵਸ ਹਨ, ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ, ਤਾਂ ਕਿ ਤੁਹਾਡੇ ਵੱਲੋਂ ਵੀ ਜਿਹੜੀ ਸਾਨੂੰ ਫਸਟ ਹੈਂਡ ਇਨਫੋਰਮੇਸ਼ਨ ਮਿਲਦੀ ਰਹੇ, ਇਨਪੁਟਸ ਆਉਂਦੀਆਂ ਰਹਿਣ, ਆਪਸ 'ਚ ਐਕਸਪੀਰੀਅੰਸ ਸ਼ੇਅਰਿੰਗ ਹੋਏਗੀ। ਸਾਨੂੰ ਤੁਸੀਂ ਸ਼ਹਿਰ ਦੇ ਕੀ ਹਾਲਾਤ ਨੇ, ਪਿੰਡਾਂ ਦੇ ਕੀ ਹਾਲਾਤ ਹਨ, ਉਹਨਾਂ ਤੋਂ ਸਾਨੂੰ ਤੁਸੀਂ ਜਾਣੂ ਕਰਾਉਂਦੇ ਰਹੋ। ਉਹਦੇ ਨਾਲ ਸਾਡੀ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਨੂੰ ਬੜੀ